ਸਤਿ ਸ਼੍ਰੀ ਅਕਾਲ ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਵਿੱਚ ਮਹਿਲਾ ਕੋਟਾ ਤੇ ਹੱਦਬੰਦੀ ਸੁਧਾਰਨ ਲਈ ਇਕਜੁੱਟ ਹੋਣ ਦਾ ਸੱਦਾ। ਔਰਤਾਂ ਦੇ ਰਾਖਵੀਕਰਨ ਦੀ ਆੜ ਵਿੱਚ ਹੱਦਬੰਦੀ ਪਾਰਟੀਆਂ ਨੂੰ ਇਤਰਾਜ਼, ਕਿਹਾ ਡਾਕਟਰ ਦਲਜੀਤ ਚੀਮਾ ਨੇ। 3 ਦਿਨਾਂ ਸੈਸ਼ਨ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੁਲਾਇਆ ਗਿਆ, ਕਿਹਾ ਅਮਰ ਸਿੰਘ ਨੇ। ਨਾਰੀ ਸ਼ਕਤੀ ਬਿੱਲ ਲਿਆਉਣ ਤੋਂ ਬਾਅਦ ਪਰਨੀਤ ਕੌਰ ਤੇ ਔਰਤਾਂ ਵੱਲੋਂ ਪਟਿਆਲਾ ਵਿੱਚ ਮਾਰਚ। ਤੇ ਵਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਲੁਧਿਆਣਾ ਵਾਸੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਵਿਧਾਨ 131ਵੀਂ ਸੋਧ ਬਿੱਲ ਅਤੇ ਸੰਬੰਧਿਤ ਕਾਨੂੰਨਾਂ ਨੂੰ ਭਾਰਤ ਦੇ ਸੰਸਦੀ ਲੋਕਤੰਤਰ ਲਈ ਇੱਕ ਨਿਰਣਾਇਕ ਪਲ ਵਜੋਂ ਪੇਸ਼ ਕੀਤਾ ਅਤੇ ਸਾਰੀਆਂ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠਣ ਅਤੇ ਇਸ ਨੂੰ ਇੱਕ ਇਤਿਹਾਸਿਕ ਮੌਕੇ ਵਜੋਂ ਅਪਣਾਉਣ ਦਾ ਸੱਦਾ ਦਿੱਤਾ, ਜਿਸ ਨੂੰ ਉਹਨਾਂ ਨੇ ਵਧੇਰੇ ਸਮੂਹਿਕ ਸ਼ਮੂਲੀਅਤ ਵਾਲੇ ਸ਼ਾਸਨ ਨੂੰ ਮੁੜ ਰੂਪ ਦੇਣ ਵਜੋਂ ਦੱਸਿਆ। ਸੰਵਿਧਾਨ 131ਵੀਂ ਸੋਧ ਬਿੱਲ ਮਹਿਲਾ ਕੋਟਾ ਢਾਂਚੇ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਇਸ ਦੇ ਨਾਲ ਵਾਲਾ ਹੱਦਬੰਦੀ ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਸੋਧ ਬਿੱਲ ਇਸ ਦੇ ਲਾਗੂ ਕਰਨ ਨੂੰ ਦਿੱਲੀ, ਪੁਡੂਚੇਰੀ ਅਤੇ ਜੰਮੂ ਕਸ਼ਮੀਰ ਤੱਕ ਵਧਾਉਣ ਦਾ ਟੀਚਾ ਰੱਖਦੇ ਨੇ। ਮਹਿਲਾ ਰਾਖਵਾਂਕਰਨ ਢਾਂਚੇ, ਹੱਦਬੰਦੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਸੋਧਾਂ ਤੇ ਲੋਕ ਸਭਾ ਦੀ ਬਹਿਸ ਵਿੱਚ ਹਿੱਸਾ ਲੈਂਦਿਆਂ ਮੋਦੀ ਨੇ ਕਿਹਾ ਕਿ ਅਜਿਹੇ ਪਲ ਸਮਾਜ ਦੀ ਮਾਨਸਿਕਤਾ ਤੇ ਲੀਡਰਸ਼ਿਪ ਦੀ ਸਮਰੱਥਾ ਦੋਵਾਂ ਦੀ ਪ੍ਰੀਖਿਆ ਲੈਂਦੇ ਨੇ ਤਾਂ ਜੋ ਉਹਨਾਂ ਨੂੰ ਸਥਾਈ ਰਾਸ਼ਟਰੀ ਸੰਪਤੀਆਂ ਵਿੱਚ ਬਦਲਿਆ ਜਾ ਸਕੇ। ਉਹਨਾਂ ਨੇ ਸੰਸਦ ਮੈਂਬਰਾਂ ਨੂੰ ਦੇਸ਼ ਨੂੰ ਨਵੀਂ ਦਿਸ਼ਾ ਦੇਣ ਅਤੇ ਸ਼ਾਸਨ ਵਿੱਚ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਸਮੂਹਿਕ ਤੌਰ ਤੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ, ਇਹ ਸਾਡੇ ਲਈ ਇੱਕ ਭਾਗਾਂ ਵਾਲਾ ਪਲ ਹੈ। ਸਾਨੂੰ ਇਸ ਮਹੱਤਵਪੂਰਨ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਵਿਸਤ੍ਰਿਤ ਸਪਸ਼ਟੀਕਰਨ ਦਿੱਤੇ ਜਾਣਗੇ, ਪਰ ਉਹਨਾਂ ਨੇ ਵੱਡੇ ਰਾਜਨੀਤਿਕ ਅਤੇ ਇਤਿਹਾਸਿਕ ਹਿੱਤਾਂ ਤੇ ਜ਼ੋਰ ਦਿੱਤਾ। ਉਹਨਾਂ ਨੇ ਸੰਵਿਧਾਨਿਕ ਅਭਿਆਸ ਨੂੰ ਇੱਕ ਵਿਆਪਕ ਮੰਥਨ ਦੇ ਹਿੱਸੇ ਵਜੋਂ ਪੇਸ਼ ਕੀਤਾ, ਜੋ ਨਾ ਸਿਰਫ ਰਾਜਨੀਤੀ ਦੇ ਚਰਿੱਤਰ ਨੂੰ ਸਗੋਂ ਭਾਰਤ ਦੇ ਲੰਬੇ ਸਮੇਂ ਦੇ ਰਾਹ ਨੂੰ ਵੀ ਰੂਪ ਦੇਵੇਗਾ। इस महत्वपूर्ण विधेयक पर आज सुबह से चर्चा प्रारंभ हुई है। काफी साथी यहां से भी जिन मुद्दों को स्पर्श किया गया है उसको तथ्य से और तर्क से सदन को जरूर जानकारी देंगे, और इसलिए मैं उन विषयों में जाना नहीं चाहता। आदरणीय अध्यक्ष जी, राष्ट्र के जीवन में कुछ महत्वपूर्ण पल आते हैं और उस समय की समाज की मनस्थिति और नेतृत्व की क्षमता उस पल को कैप्चर करके एक राष्ट्र की अमानत बना देती है, एक मजबूत धरोहर तैयार कर देती है। मैं समझता हूं कि भारत के संसदीय लोकतंत्र के इतिहास में ये वैसे ही पल है। आवश्यकता ये थी कि 25-30 साल पहले जब से विचार सामने आया, आवश्यकता महसूस हुई, हम इसको लागू कर देते और हम आज उसको काफी परिपक्वता तक पहुंचा देते हैं, और आवश्यकता के अनुसार उसमें समय समय पर सुधार भी होते हैं, और यही तो लोकतंत्र की ब्यूटी होती है। हमारी मदर ऑफ डेमोक्रेसी है, हमारी हजारों साल की लोकतंत्र की एक विकास यात्रा रही है, और उस विकास यात्रा में एक नया आयाम जोड़ने का एक शुभ अवसर सदन के हम सभी साथियों को मिला है। और मैंने प्रारंभ में कहा है कि हम सब भाग्यवान हैं कि हमें ऐसे महत्वपूर्ण और देश की आधी आबादी को
इस राष्ट्र निर्माण की नीति निर्धारण प्रक्रिया में हिस्सेदार बनाने का सौभाग्य मिल रहा है। ये हम लोगों के लिए सौभाग्य है और मैं चाहता हूं कि मेरे सभी माननीय सांसद, मैं इधर उधर की आज बात करना नहीं चाहता हूं, हम सभी सांसद इस महत्वपूर्ण अवसर को जाने न दें। हम भारतीय सब मिल करके देश को नई दिशा देने जा रहे हैं। हमारी शासन व्यवस्था को ਲੋਕ ਸਭਾ ਵਿੱਚ ਅੱਜ 3 ਬਿੱਲ ਪੇਸ਼ ਕੀਤੇ ਗਏ ਜੋ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਉਣਗੇ। ਉਹਨਾਂ ਦਾ ਉਦੇਸ਼ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 1/3 ਰਾਖਵਾਂਕਰਨ ਜਲਦੀ ਲਾਗੂ ਕਰਨਾ ਅਤੇ ਇੱਕ ਨਵੀਂ ਹੱਦਬੰਦੀ ਲਾਗੂ ਕਰਨਾ ਹੈ। ਇਸ ਤੋਂ ਬਾਅਦ ਦੇਸ਼ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ 800 ਤੋਂ ਵੱਧ ਹੋ ਸਕਦੀ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹੱਦਬੰਦੀ ਦਾ ਵਿਰੋਧ ਕਰ ਰਿਹਾ ਹੈ, ਜਦੋਂ ਕਿ ਆਮ ਆਦਮੀ ਪਾਰਟੀ ਇਸ ਦਾ ਸਮਰਥਨ ਕਰ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾਕਟਰ ਦਿਲਜੀਤ ਚੀਮਾ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ਵਿੱਚ ਹੱਦਬੰਦੀ ਕੀਤੀ ਜਾ ਰਹੀ ਹੈ, ਜਿਸ ਤੇ ਸਾਰੀਆਂ ਪਾਰਟੀਆਂ ਨੂੰ ਇਤਰਾਜ਼ ਹੈ। ਚੀਮਾ ਨੇ ਕਿਹਾ ਕਿ ਹੱਦਬੰਦੀ ਅਭਿਆਸ ਲਈ ਸਮਾਂ ਲੱਗਦਾ ਹੈ। ਜਦੋਂ ਔਰਤਾਂ ਦੇ ਰਾਖਵੀਕਰਨ ਦੇ ਮੁੱਦੇ ਤੇ ਚਰਚਾ ਹੋਈ ਤਾਂ ਸਾਰਿਆਂ ਨੇ ਇਸ ਦਾ ਸਮਰਥਨ ਕੀਤਾ, ਪਰ ਹੱਦਬੰਦੀ ਗਲਤ ਹੈ। ਚੀਮਾ ਨੇ ਕਿਹਾ ਕਿ ਜੇਕਰ ਤੁਸੀਂ ਉਹਨਾਂ ਰਾਜਾਂ ਨੂੰ ਬੁਲਾਉਂਦੇ ਹੋ ਜੋ ਰਾਸ਼ਟਰੀ ਨੀਤੀ ਦੇ ਵਿਰੁੱਧ ਕੰਮ ਕਰ ਰਹੇ ਆ ਤੇ ਦੇਸ਼ ਦੀ ਆਬਾਦੀ ਵਧਾ ਰਹੇ ਨੇ, ਤਾਂ ਇਹ ਭਵਿੱਖ ਲਈ ਇੱਕ ਗਲਤ ਮਿਆਰ ਸਥਾਪਿਤ ਕਰੇਗਾ। ਦੇਸ਼ ਵਿੱਚ ਉਹਨਾਂ ਦਾ ਸੱਤਾ ਵਿੱਚ ਹਿੱਸਾ ਵਧੇਗਾ, ਜਦੋਂ ਕਿ ਜਿਹੜੇ ਰਾਜ ਚੰਗਾ ਕੰਮ ਕਰ ਰਹੇ ਹਨ ਤੇ ਦੇਸ਼ ਦੇ GDP ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ, ਉਹਨਾਂ ਦਾ ਸੱਤਾ ਵਿੱਚ ਹਿੱਸਾ ਘਟਦਾ ਦਿਖਾਈ ਦੇਵੇਗਾ। ਇਸ ਨਾਲ ਦੇਸ਼ ਵਿੱਚ ਅਸੰਤੁਲਨ ਵਧੇਗਾ, ਜਿਸ ਨਾਲ ਬੇਚੈਨੀ ਪੈਦਾ ਹੋਵੇਗੀ। ਕੇਂਦਰ ਸਰਕਾਰ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਪਹਿਲਾਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ, ਪਰ ਰਿਜ਼ਰਵੇਸ਼ਨ ਬਿੱਲ 2023 ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਹ ਐਲਾਨ ਉਦੋਂ ਕੀਤਾ ਗਿਆ ਸੀ ਅਤੇ ਜਨਗਣਨਾ ਰਿਪੋਰਟ ਤੋਂ ਬਾਅਦ ਹੱਦਬੰਦੀ ਕੀਤੀ ਜਾਵੇਗੀ ਅਤੇ ਫਿਰ ਇਸ ਨੂੰ ਲਾਗੂ ਕੀਤਾ ਜਾਵੇਗਾ। ਪਰ ਹੁਣ ਰਿਜ਼ਰਵੇਸ਼ਨ ਬਿੱਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਪਰ ਹੱਦਬੰਦੀ ਨਹੀਂ ਕੀਤੀ ਜਾਣੀ ਚਾਹੀਦੀ। कि जहाँ तक विमेन रिजर्वेशन का संबंध है, उसको हमने वेलकम किया। उसको लागू करो, किसी को कोई दिक्कत नहीं है। रिजर्वेशन लागू होनी चाहिए विमेन की, वो सभी चाहते हैं। क्योंकि श्रोमणी अकाली दल ने तो हमारी जो SGPC है उसमें 1996 से लेके विमेन को रिजर्वेशन पहले दे रखी है। देश की पार्लियामेंट में अभी तक मसला अटका हुआ है, तो हमारे जो SGPC का हाउस है उसमें तो 30 सीट्स विमेन के लिए ऑलरेडी रिजर्व है। तो अच्छी बात है, अगर जो है पार्लियामेंट में भी करना चाहते हैं जरूर करें, असेंबलीज में भी करें, उसके हम पक्ष में। लेकिन उसकी आड़ में जो डिलिमिटेशन प्रोसेस शुरू कर दी है, उसके बारे में सभी अपोजिशन पार्टियों को इतराज है। ये एक बड़ी एक्सरसाइज है। इसके लिए पहले नए सेंसस की रिपोर्ट जो है उसकी ऑडिट करनी चाहिए थी। उसके बाद कोई फार्मूला बनना चाहिए। अगर आप अकेला पॉपुलेशन को बेस बनाएंगे तो जो 4 स्टेट्स हैं देश में, यूपी, बिहार, उसके साथ राजस्थान, मध्य प्रदेश, जिनकी पॉपुलेशन बहुत ज्यादा, जो नेशनल पॉपुलेशन पॉलिसी है उसके खिलाफ काम करते हैं, उनको नहीं मानते, तो उनको इतना ज्यादा बेनिफिट हो रहा है कि 4 स्टेटों से ही जो है अभी जो सामने प्रोजेक्शंस आ रही हैं, तो 324 के करीब तो सीट वहीं बन रही है। तो इसका एक गलत मैसेज साउथ में भी जा रहा है, गलत मैसेज नॉर्थ में भी जा रहा है, नॉर्थ ईस्ट में भी जा रहा है, कि जो स्टेट्स अपनी पॉपुलेशन को कंट्रोल करके बैठी हैं वो समझ रही हैं कि हमें पनिशमेंट दी जा रही है, हमने अच्छा काम किया। जो स्टेट्स पंजाब नेशनल फूड सिक्योरिटी में कितना बड़ा हिस्सा डाला, साउदर्न स्टेट जो है GDP में देश की बहुत बड़ा हिस्सा डाली है। तो इसका पैमाना अकेला एक पॉपुलेशन नहीं होना चाहिए, सारी चीजें देख के कि कहीं भी किसी को जो है नुकसान ना हो। दूसरा, हम तो ये भी डिमांड करते हैं, अकाली दल की पुरानी डिमांड रही है कि जो राज्यसभा है उसकी भी सीट जो है सभी स्टेट्स की एक जैसी होनी चाहिए, क्योंकि वो जो अपर हाउस है बाहर एडवांस कंट्री में उनकी सभी, क्योंकि पॉपुलेशन के बेस के ऊपर तो लोकसभा में नुमाइंदे आ जाते हैं, तो जो स्टेट्स का हाउस है वो सभी स्टेट्स की इक्वल रिप्रेजेंटेशन होनी चाहिए। उसके बारे में कोई बात नहीं करता, वो भी सोचना चाहिए कि जब छोटी स्टेट्स है तो वो सब जगह पीछे रह जाती हैं, उनकी आवाज नहीं पहुंच पाती। ये जो तरीका है, इससे सत्ता का जो संतुलन है वो देश में बिगड़ रहा है। तो जब सत्ता का संतुलन बिगड़ता है, अच्छी स्टेट्स को आप पीछे करते हैं, दूसरी स्टेट्स आगे आती हैं,
तो उससे बेचैनी देश में पड़ती है, इसलिए इस बात का ध्यान रखा जाना चाहिए। सर, अमृतपाल को लेकर कैसे देखते हैं? 23 तारीख को एनएसए अवधि खत्म हो रही है, ऐसे में पंजाब सरकार द्वारा पहले चिट्ठी लिखी गई है और अब हाईकोर्ट में याचिका दायर की गई है। देखो, पंजाब सरकार को चाहिए कि सबके साथ इंसाफ करना हो। अमृतपाल के खिलाफ एनएसए लगाना हमने पहले भी कहा गलत है। पार्लियामेंट इलेक्शन में पब्लिक की अदालत ने फैसला कर दिया, वो इलेक्शन जीत गई, तो उसके बाद उनको रिहा करना चाहिए। अगर उनके खिलाफ कोई केस है तो जैसे बाकी लोग अपना केस लड़ते हैं, वो चालान पुलिस पेश कर दे, वो अपना कोर्ट में डिफेंड कर लेंगे। लेकिन एनएसए बहुत बड़ी ज्यादती है कि आप अनलिमिटेड समय तक एक आदमी को जो है वो भी स्टेट से बाहर बंद करके रखते हैं। ये बेइंसाफी है। कोई भी हो, किसी भी पार्टी का हो, जो बेइंसाफी है वो बेइंसाफी है, उसके खिलाफ श्रोमणी अकाली दल हमेशा खड़ा है। लेकिन चिट्ठी में ये लिखा गया है कि पंजाब के हालात बिगड़ सकते हैं, इसलिए एनएसए बढ़ाने के लिए पंजाब सरकार ने नहीं, अभी इनसे पूछ ਲੋਕਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਨਾਲ ਵਿਤਕਰਾ ਬੰਦ ਕਰਦੇ ਹੋਏ ਹਰਿਆਣਾ ਤੇ ਰਾਜਸਥਾਨ ਦੀ ਤਰਜ਼ ਤੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸੰਬੰਧ ਵਿੱਚ ਕੇਂਦਰੀ ਖਾਦ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਲਿਖਤੀ ਰੂਪ ਵਿੱਚ ਪੰਜਾਬ ਦੇ ਕਿਸਾਨਾਂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਹੈ ਤੇ ਤੁਰੰਤ ਦਖਲ ਦੀ ਮੰਗ ਕੀਤੀ ਹੈ। ਡਾਕਟਰ ਅਮਰ ਸਿੰਘ ਨੇ ਦੱਸਿਆ ਕਿ ਮਾਰਚ ਅਤੇ ਅਪ੍ਰੈਲ ਦੇ ਸ਼ੁਰੂ ਵਿੱਚ ਬੇਮੌਸਮੀ ਵਰਖਾ ਤੇ ਗੜੇਮਾਰੀ ਕਾਰਨ ਪੰਜਾਬ ਵਿੱਚ ਖੜੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦਾ ਪ੍ਰਭਾਵ ਹੁਣ ਮੰਡੀਆਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ, ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਬੈਠੇ ਨੇ ਪਰ ਖਰੀਦ ਏਜੰਸੀਆਂ ਵੱਲੋਂ ਖਰੀਦ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਮੌਸਮੀ ਨੁਕਸਾਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਨਮੀ ਅਤੇ ਦਾਣਾ ਸੁੰਗੜਨ ਵਰਗੇ ਖਰੀਦ ਮਾਪਦੰਡਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ, ਜਿਸ ਕਾਰਨ ਕਿਸਾਨਾਂ ਦੀ ਫਸਲ ਮਿਆਰਾਂ ਤੇ ਖਰੀ ਨਾ ਉਤਰਨ ਕਰਕੇ ਖਰੀਦ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਗੱਲ ਹੈ। ਉੱਥੇ ਦੂਜੇ ਪਾਸੇ ਨਾਰੀ ਸ਼ਕਤੀ ਬਿੱਲ ਨੂੰ ਲੈ ਕੇ ਉਹਨਾਂ ਕਿਹਾ ਕਿ ਪੂਰੀ ਕਾਂਗਰਸ ਤੇ ਇੰਡੀਆ ਗੱਠਜੋੜ ਇਸ ਦਾ ਵਿਰੋਧ ਕਰੇਗੀ। ਉਹਨਾਂ ਕਿਹਾ ਕਿ 3 ਦਿਨਾਂ ਸੈਸ਼ਨ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੁਲਾਇਆ ਗਿਆ ਹੈ। ਨਾਰੀ ਸ਼ਕਤੀ ਬਿੱਲ ਦੀ ਆੜ ਵਿੱਚ ਕੇਂਦਰ ਸਰਕਾਰ ਪੰਜਾਬ ਵਰਗੇ ਸੂਬਿਆਂ ਤੇ ਕਬਜ਼ਾ ਕਰਨ ਦੀ ਤੱਕ ਵਿੱਚ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਥੇ BBMP ਦੇ ਕਾਨੂੰਨ ਵਿੱਚ ਇੰਪਲੀਮੈਂਟ ਨੂੰ ਲੈ ਕੇ ਉਹਨਾਂ ਕਿਹਾ ਕਿ ਪੰਜਾਬ ਨਾਲ ਮੋਦੀ ਸਰਕਾਰ ਵਿਤਕਰਾ ਕਰ ਰਹੀ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਖਰਾਬ ਹੋ ਰਹੀ ਫਸਲ ਤੇ ਉਹਨਾਂ ਕਿਹਾ ਕਿ 70 ਲੱਖ ਮੀਟ੍ਰਿਕ ਟਨ ਫਸਲ ਖਰਾਬ ਹੋ ਰਹੀ ਹੈ। ਪੰਜਾਬ ਤੇ ਕੇਂਦਰ ਸਰਕਾਰ ਸੁੱਤੀ ਪਈ ਹੈ। ਜੀ ਤਾਂ ਹਮੇਸ਼ਾ ਲੋਕਾਂ ਨੂੰ ਗੁੰਮ ਕਰਨ ਦੇ ਮਾਰ ਨੇ। ਭਾਜਪਾ ਗੁੰਮ ਕਰਨ ਦੀ ਮਾਰ ਹੈ। ਉਹ ਵਿਮਨ ਰਿਜ਼ਰਵੇਸ਼ਨ ਜਿਹੜੀ ਹੈਗੀ ਔਰਤਾਂ ਦਾ ਰਾਖਵਾਂਕਰਨ ਆ, ਉਹ ਤਾਂ 2023 ਚ ਸੰਵਿਧਾਨ ਸੰਸ਼ੋਧਨ ਹੋ ਚੁੱਕਿਆ। ਇਹ ਹਿੰਦੁਸਤਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਐਕਚੁਅਲ ਕੀ ਆ, ਅਸਲੀਅਤ ਕੀ ਆ ਕਿ ਡੀਲਿਮਿਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੰਖਿਆ ਵਧਾ ਕੇ ਡੀਲਿਮਿਟੇਸ਼ਨ ਇਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਛੋਟੇ ਸੂਬੇ ਆ, ਖਾਸ ਕਰ ਪੰਜਾਬ ਵਰਗੇ ਸੂਬਿਆਂ ਨੂੰ ਉਹਨਾਂ ਦੀਆਂ ਸੀਟਾਂ ਬਹੁਤ ਘੱਟ ਵਧਣਗੀਆਂ ਔਰ ਜਿਹੜੇ ਸੂਬਿਆਂ ਦੀ ਜਨਸੰਖਿਆ ਜ਼ਿਆਦਾ ਉਹਨਾਂ ਦੀਆਂ ਬਹੁਤ ਵਧਣਗੀਆਂ। ਅਸੀਂ ਸਾਰੀਆਂ ਇੰਡੀਆ ਅਲਾਇੰਸ ਦੀ ਪਾਰਟੀਆਂ ਨੇ ਇਹਦਾ ਵਿਰੋਧ ਕੀਤਾ। ਅਸੀਂ ਪਾਰਲੀਮੈਂਟ 'ਚ ਵੀ ਵਿਰੋਧ ਕਰਾਂਗੇ ਔਰ ਪੰਜਾਬ ਦੇ ਮੁੱਦੇ ਨੂੰ ਲੈ ਕੇ ਅਸੀਂ ਬੋਲਾਂਗੇ ਵੀ ਕਿ ਤੁਸੀਂ ਪੰਜਾਬ ਉਹ ਸੂਬਾ ਜਿਹਨੇ ਆਜ਼ਾਦੀ ਦੀ ਵੀ ਲੜਾਈ ਸਾਰੇ ਹਿੰਦੁਸਤਾਨ ਲਈ ਲੜੀ ਔਰ ਅੱਜ ਵੀ 35 ਤੋਂ 40% ਜਿਹੜੀ ਕਣਕ ਔਰ ਜਿਹੜਾ ਚੌਲ ਹੈਗੇ ਉਹ ਪੰਜਾਬ ਸਪਲਾਈ ਕਰਦਾ। ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਔਰ ਪੰਜਾਬੀ ਲੜਾਕੇ ਹੈਗੇ ਉਹ ਸੜਕਾਂ ਤੇ ਆਉਣਗੇ ਔਰ ਤੁਹਾਡਾ ਵਿਰੋਧ ਕਰਨਗੇ। ਸਰ BBMP ਦੇ ਵਿੱਚ ਹੁਣ ਕਾਨੂੰਨ ਦੇ ਸੋਧ ਲਿਆਂਦਾ ਤੇ ਹੁਣ ਪੰਜਾਬ ਹਰਿਆਣਾ ਤੋਂ ਇਲਾਵਾ ਕਿਸੇ ਵੀ ਸਟੇਟ ਤੋਂ ਕੋਈ ਕੈਡਿਟ ਜੇਕਰ ਆਉਂਦਾ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਨਾਲ ਧੱਕਾ? ਦੇਖੋ, ਇਹਨਾਂ ਨੇ ਇਹ ਕਾਨੂੰਨ ਬਦਲਿਆ ਸੀ 2022 ਚ। ਅਸੀਂ ਉਦੋਂ ਵੀ ਇਹਦਾ ਬਹੁਤ ਵਿਰੋਧ ਕੀਤਾ ਸੀ। ਉਦੋਂ ਸਾਡੇ ਨਾਲ ਗੱਲ ਇਹ ਹੋਈ ਸੀ ਕਿ ਇਹਦਾ ਨਹੀਂ ਇੰਪਲੀਮੈਂਟੇਸ਼ਨ ਅਸੀਂ ਨਹੀਂ ਕਰਾਂਗੇ, ਇਹਨੂੰ ਅਜੇ ਪੰਜਾਬ ਔਰ ਹਰਿਆਣਾ ਦੋਵਾਂ ਤੋਂ ਪੁੱਛਾਂਗੇ। ਪਰ ਇਹ ਤਾਂ ਹਟਦੇ ਨਹੀਂ ਆ। ਮੋਦੀ ਜੀ ਜਦੋਂ ਤੋਂ ਆਏ ਆ 2014 ਚੋਂ ਪੰਜਾਬ ਨਾਲ ਖਾਸ ਕਰਕੇ ਵਿਤਕਰਾ ਕਰਦੇ ਆ ਔਰ ਸਾਡਾ ਮੈਂਬਰ ਹੁੰਦਾ ਸੀ ਉਹ ਹਟਾਉਣ ਲਈ ਕਿ ਕੇਂਦਰ ਸਰਕਾਰ ਦਾ ਪੂਰਾ ਕਬਜ਼ਾ ਹੋ ਜੇ ਭਾਖੜਾ ਮੈਨੇਜਮੈਂਟ ਬੋਰਡ ਤੇ। ਔਰ ਕੱਲਾ ਉਹ ਹੀ ਨਹੀਂ, ਇਹਨਾਂ ਨੇ ਸਾਰੀਆਂ ਸੰਸਥਾਵਾਂ ਹਿੰਦੁਸਤਾਨ ਦੀਆਂ ਜਿੰਨੀਆਂ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਕਰੀਬ ਕਰ ਲਿਆ। ਮੈਂ ਉਹਦਾ ਪੁਰਜ਼ੋਰ ਵਿਰੋਧ ਪਾਰਲੀਮੈਂਟ 'ਚ ਵੀ ਕੀਤਾ ਸੀ, ਅੱਜ ਵੀ ਕਰਾਂਗੇ ਔਰ ਉਹਦਾ ਵਿਰੋਧ ਕਰਦੇ ਆ। ਇਹਨਾਂ ਨੂੰ ਆਗ੍ਰਹਿ ਕਰਦੇ ਆ, ਬੇਨਤੀ ਕਰਦੇ ਆ ਕਿ ਉਹਨੂੰ ਵਿਡਰਾਅ ਕਰੋ, ਜਿਵੇਂ ਪਹਿਲਾਂ ਚੱਲ ਰਿਹਾ ਸੀ ਪੰਜਾਬ ਹਰਿਆਣਾ ਦਾ ਇੱਕ ਮੈਂਬਰ, ਉਸੇ ਤਰ੍ਹਾਂ ਕਰੋ। ਸਰ ਪੰਜਾਬ ਦੇ ਵਿੱਚ ਕਿਸਾਨ ਰੇਲ ਰੋਕੋ ਅੰਦੋਲਨ ਵੀ ਕਰਨ ਜਾ ਰਹੇ ਨੇ ਇੱਕ ਦਿਨ ਦਾ, ਉਸ ਨੂੰ ਕਿਸੇ ਤਰ੍ਹਾਂ ਦੇਖਦੇ? ਮੈਂ ਉਹਦੇ 'ਚ ਪਹਿਲਾਂ ਵੀ 1 ਮਹੀਨਾ ਪਹਿਲਾਂ ਫੂਡ ਮਿਨਿਸਟਰ ਐਗਰੀਕਲਚਰ ਮਿਨਿਸਟਰ ਨੂੰ ਚਿੱਠੀਆਂ ਲਿਖੀਆਂ ਸੀ ਔਰ ਉਹਨਾਂ ਨੂੰ ਕਿਹਾ ਸੀ ਕਿ ਬਈ ਮੌਸਮ ਇੰਨਾ ਖਰਾਬ ਹੈ, ਕਣਕ ਪੱਕੀ ਆ, ਤੁਸੀਂ ਉਹਦਾ ਗਦਾਵਰੀ ਕਰਾ ਕੇ ਅਸੈਸਮੈਂਟ ਕਰਾ ਕੇ ਜਿੰਨੀਆਂ ਰਿਲੈਕਸੇਸ਼ਨ ਕਰਨੀਆਂ ਪਹਿਲਾਂ ਦੇ ਦਿਓ, ਕਿਉਂਕਿ ਬਾਅਦ 'ਚ 5-7-10 ਅਪ੍ਰੈਲ ਨੂੰ ਫਸਲ ਆ ਜਾਂਦੀ ਹੈ ਮੰਡੀਆਂ 'ਚ। ਕੇਂਦਰ ਸਰਕਾਰ ਨੇ ਔਰ ਪੰਜਾਬ ਸਰਕਾਰ ਖਾਸ ਕਰ ਬਿਲਕੁਲ ਕੁਛ ਨਹੀਂ ਕੀਤਾ। ਪੰਜਾਬ ਸਰਕਾਰ ਸੁੱਤੀ ਰਹੀ
ਔਰ ਕੇਂਦਰ ਸਰਕਾਰ ਵੀ ਸੁੱਤੀ ਰਹੀ। ਹੁਣ ਉਹ ਕਿਸਾਨ ਆ ਕੇ ਫਸਲ ਲੈ ਕੇ ਘੱਟੋ ਘੱਟ 70 ਲੱਖ ਮੈਟ੍ਰਿਕ ਟਨ ਮੰਡੀਆਂ 'ਚ ਫਸਲ ਪਈ ਆ। ਪ੍ਰੋਕਿਉਰਮੈਂਟ ਹੋ ਨਹੀਂ ਰਹੀ ਕਿਉਂਕਿ ਉਹਦੇ 'ਚ ਮੌਸਮ ਨੇ ਕਣਕ ਖਰਾਬ ਕਰਤੀ ਹੈ, ਮੋਇਸਚਰ ਜ਼ਿਆਦਾ, ਡਿਸਕਲਰੇਸ਼ਨ ਹੋ ਗਿਆ, ਸ਼ਰਿੰਕਨ ਉਹ ਜੋ ਛੋਟਾ ਦਾਣਾ ਹੋ ਗਿਆ ਔਰ ਕੋਈ ਰਿਲੈਕਸੇਸ਼ਨ ਨਹੀਂ। ਦੇਖੋ ਵਿਤਕਰਾ ਦੇਖੋ ਕਿ ਆਪਣਾ ਹਰਿਆਣਾ ਔਰ ਰਾਜਸਥਾਨ ਦਾ ਰਿਲੈਕਸੇਸ਼ਨ ਕਰਤਾ, ਪੰਜਾਬ ਦਾ ਨਹੀਂ ਕੀਤਾ। ਤੁਸੀਂ ਦੇਖੋ ਸਹੀ ਮੋਦੀ ਦੀ ਸਰਕਾਰ ਕਿਸ ਤਰ੍ਹਾਂ ਵਿਤਕਰ ਪੰਜਾਬ ਨਾਲ ਕਰਦੀ ਹੈ। ਅਸੀਂ ਇਹਦਾ ਵਿਰੋਧ ਕਰਦੇ ਹਾਂ। कल अशोक मित्तल के यहाँ रेड हुई है, उसके लिए क्या कहना है? ਦੇਖੋ ਉਹ ਤੇ ਹੁਣ ਬਈ ਮੈਂ ਉਹਦੇ ਤੇ ਕੀ ਕਹਿ ਸਕਦਾ ਹੈਗਾ। ਉਹ ਤਾਂ ਇਹ ਜਿਹੜੀ ਕੇਂਦਰ ਸਰਕਾਰ ਹੈ ਇਹ ਕੀ ਕਰਦੀ ਹੈ ਇਹਦੇ ਬਾਰੇ ਤਾਂ ਕੁਝ ਕਹਿਣ ਦਾ ਕੋਈ ਮਤਲਬ ਨਹੀਂ ਹੈ। ਉਹ ਉਹਨਾਂ ਦੇ ਮੈਂਬਰ ਆ ਝਾੜੂ ਵਾਲੇ, ਉਹ ਉਹਦੇ ਲਈ ਲੜਾਈ ਕਰਨ। ਸਰ ਤੁਸੀਂ ਜਾਇਜ਼ਾ ਲੈਣ ਵੀ ਗਏ ਸੀਗੇ, ਲੇਕਿਨ ਮੰਡੀਆਂ 'ਚ ਜੋ ਹੈ ਬਾਰਦਾਨੇ ਦੀ ਬੜੀ ਵੱਡੀ ਕਮੀ ਹੈਗੀ, ਇਸ ਨੂੰ ਲੈ ਕੇ ਵੀ ਸਰਕਾਰ ਦੇ ਖਿਲਾਫ ਨਜ਼ਰ ਦੇਖੋ ਬਾਰਦਾਨਾ ਜਿਹੜਾ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ। ਪੰਜਾਬ ਸਰਕਾਰ ਤਾਂ ਭਾਸ਼ਣ ਕਰਨ ਵਾਲੀ ਸਰਕਾਰ ਆ ਔਰ ਪੋਸਟਰਾਂ ਵਾਲੀ ਸਰਕਾਰ, ਕਿਸੇ ਕੰਮ ਨੂੰ ਨਹੀਂ ਕਰਦੇ। ਉਹਨਾਂ ਨੂੰ ਮਹੀਨਾ 1.5 ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਜਦੋਂ ਦਾ ਮੌਸਮ ਖਰਾਬ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਾਰੀ ਸ਼ਕਤੀ ਵੰਦਨ ਬਿੱਲ ਲਿਆਉਣ ਤੋਂ ਬਾਅਦ ਅੱਜ ਇਸ ਦੇ ਹੱਕ ਵਿੱਚ ਪਟਿਆਲਾ ਵਿਖੇ ਮਹਿਲਾਵਾਂ ਦੇ ਦੁਆਰਾ ਇੱਕ ਵੱਡਾ ਪੈਦਲ ਮਾਰਚ ਕੀਤਾ ਗਿਆ, ਜਿਸ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਨੇ ਇਸ ਪੈਦਲ ਮਾਰਚ ਦੀ ਅਗਵਾਈ ਕੀਤੀ। ਮਹਾਰਾਣੀ ਪਰਨੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਬਿੱਲ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਉਮੀਦ ਹੈ ਕਿ ਜਲਦੀ ਸੰਸਦ ਵਿੱਚ ਪਾਸ ਹੋ ਕੇ ਲਾਗੂ ਵੀ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਬਿੱਲ ਦੇ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੀਆਂ ਹਾਂ। ਉਹਨਾਂ ਕਿਹਾ ਕਿ ਇਸ ਬਿੱਲ ਦੇ ਪੇਸ਼ ਹੋਣ ਦੇ ਨਾਲ ਮਹਿਲਾਵਾਂ ਨੂੰ ਬਹੁਤ ਹੀ ਸ਼ਕਤੀ ਮਿਲੇਗੀ। ਪਰਨੀਤ ਕੌਰ ਨੇ ਕਿਹਾ ਕਿ ਇਸ ਬਿੱਲ ਨੂੰ ਪਹਿਲਾਂ ਵੀ ਸੰਸਦ ਵਿੱਚ ਪਾਸ ਕਰਨ ਲਈ ਯਤਨ ਕੀਤੇ ਗਏ ਸਨ, ਪਰ ਉਸ ਸਮੇਂ ਇਹ ਬਿੱਲ ਪਾਸ ਨਹੀਂ ਹੋ ਸਕਿਆ ਅਤੇ ਹੁਣ ਜਲਦੀ ਇਹ ਬਿੱਲ ਸੰਸਦ ਵਿੱਚ ਪੇਸ਼ ਹੋਣ ਤੋਂ ਬਾਅਦ ਲਾਗੂ ਵੀ ਹੋ ਜਾਵੇਗਾ। ਪਿਛਲੇ ਦਿਨੀ ਵਰਿੰਦਾਵਨ ਧਾਰਮਿਕ ਯਾਤਰਾ ਤੇ ਗਏ ਪਰਿਵਾਰਾਂ ਨਾਲ ਕਿਸ਼ਤੀ ਪਲਟਣ ਨਾਲ ਹਾਦਸਾ ਵਾਪਰਿਆ ਸੀ, ਜਿਸ ਵਿੱਚ ਜਗਰਾਓਂ ਅਤੇ ਲੁਧਿਆਣਾ ਦੇ ਕਈ ਪਰਿਵਾਰਾਂ ਤੇ ਮੈਂਬਰਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਅੱਜ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਟੁਗਰੀ ਫੇਸ 2 ਵਿੱਚ ਪਹੁੰਚੇ, ਜਿੱਥੇ ਉਹਨਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਹਾਦਸੇ ਵਿੱਚ ਜਿਹੜੇ ਲੋਕਾਂ ਦੀ ਜਾਨ ਬਚੀ ਹੈ, ਨਾਲ ਵੀ ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇੱਕ ਬੜੀ ਦੁਖਦਾਇਕ ਘਟਨਾ ਸੀ। ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਨਾਲ 2 ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ, ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ, ਉਸੇ ਤਰ੍ਹਾਂ ਬੋਟਿੰਗ ਲਈ ਲਾਈਫ ਜੈਕਟ ਪਾਉਣਾ ਲਾਜ਼ਮੀ ਕੀਤਾ ਜਾਵੇ। देखो अज एक औरत दे लई, एक इस्त्री दे लई अज बहुत वड्डा दिन है। पहले वो वड्डा दिन थी जब इन्हां ने पूरे पार्लियामेंट ने ये बिल पास किया, पर वो सानू भी लगता थी कि बहुत देर दे बाद आऊगा। जे एक बारी पास हो गया तो देरी किस गल दी। सो मोदी जी ने एक बहुत नारी शक्ति दे लई ये बिल पास किते होए नूं जल्दी 2029 ਦੇ ਵਿੱਚ ਲਗਾਉਣ ਦੇ ਲਈ ਇਹ ਪਾਰਲੀਮੈਂਟ ਸਪੈਸ਼ਲ ਕਾਲ ਕੀਤਾ ਹੈ ਅੱਜ। ਔਰ ਅੱਜ ਦੇ ਦਿਹਾੜੇ ਨਾਰੀ ਸ਼ਕਤੀ ਸਾਰੇ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਹੈ। ਉਹਨਾਂ ਨੂੰ ਧੰਨਵਾਦ ਕਰਦੇ ਅਸੀਂ ਦਿਲੋਂ ਕਿ ਇਹ ਜਿਹੜਾ ਬਿੱਲ ਅੱਗੇ ਜਾਣਾ ਸੀ, ਫਿਰ ਕੀ ਪਤਾ ਕਿੱਥੇ ਰੁਲ ਜਾਂਦਾ, ਇਹ 19 ਤਰੀਕ ਤੱਕ ਪਾਸ ਹੋ ਜਾਊਗਾ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। मैम क्या लगता है कि विरोधी कह रहे हैं कि काफ़ी देर पहले आ जाना चाहिए था इस बिल में? ਉਦੋਂ ਵਿਰੋਧੀਆਂ ਦੀ ਵੀ ਸਰਕਾਰ ਸੀ, ਆਉਣਾ ਚਾਹੀਦਾ ਸੀ, ਸਭ ਨੇ ਕੋਸ਼ਿਸ਼ ਕੀਤੀ, ਪਰ ਅੰਤ ਦੇ ਵਿੱਚ ਮੋਦੀ ਸਾਹਿਬ ਦੇ ਨੇਤਰਤਾ ਦੇ ਹੇਠਾਂ ਇਹ ਬਿੱਲ ਪਾਸ ਹੋਇਆ। ਮੈਮ ਕਿਵੇਂ ਦੇਖਦੇ ਹੋ? ਕਹਿੰਦੇ ਨੇ ਕਿ ਜੇਕਰ 33% ਰਾਖਵਾ ਕਰਨ ਜਿਸ ਤਰੀਕੇ ਨਾਲ ਵਧਣਾ ਹੈ ਤਾਂ ਉਸ ਦੇ ਨਾਲ ਭਾਜਪਾ ਦੀ ਤਿਆਰੀ 29 ਨੂੰ ਲੈ ਕੇ ਹੈ ਕਿ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਨੇ ਭਾਜਪਾ ਦੇ ਖਾਤੇ ਦੇ ਵਿੱਚ ਆ ਜਾਣ, ਜਿਸ ਕਰਕੇ ਬਿੱਲ ਪਾਸ ਕੀਤਾ ਜਾ ਰਿਹਾ ਦੀ ਆੜ ਦੇ ਇਹ ਤਾਂ ਤੁਸੀਂ ਕਹਿ ਰਹੇ ਹੋ, ਥੈਂਕ ਯੂ ਕਿ ਭਾਜਪਾ ਦੀ ਮੈਜੋਰਿਟੀ ਆਊਗੀ, ਪਰ ਮੈਂ ਇੰਨਾ ਕਹਿੰਦੇ ਹੀ ਚਾਹੁੰਦੇ ਹਾਂ, ਅਸੀਂ ਤਾਂ 29 ਨੂੰ ਵੀ ਨਹੀਂ ਉਡੀਕਦੇ, ਅਸੀਂ ਤਾਂ ਕਹਿੰਦੇ ਕੱਲ੍ਹ ਨੂੰ ਪਾਸ ਕਰ ਦੇ, ਕੱਲ੍ਹ ਨੂੰ ਲਾਗੂ ਹੋ ਜਾਏ ਔਰ ਅਸੀਂ ਲੜੀਏ। ਮੈਮ ਕਾਂਗਰਸ ਵੇਲੇ ਵੀ ਇਹ 33% ਵਾਲਾ ਲੈ ਕੇ ਆਏ ਸੀਗੇ ਜੀ, ਪਰ ਉਹ ਸਕਸੈਸਫੁਲ ਨਹੀਂ ਹੋ ਪਾਇਆ ਸੀ। ਤੁਸੀਂ ਵੀ ਮੈਂਬਰ ਪਾਰਲੀਮੈਂਟ ਸੀਗੇ। ਹਾਂਜੀ ਮੈਂ ਸੀਗੀ, ਅਸੀਂ ਸਪੋਰਟ ਕੀਤਾ, ਪਰ ਇਸੀ ਵਜ੍ਹਾ ਤੇ ਸਾਡੇ ਤੋਂ ਸਾਰਿਆਂ ਦੀ ਸਹਿਮਤੀ ਨਹੀਂ ਹੋਈ ਔਰ ਪਾਸ ਨਹੀਂ ਹੋਏ, ਨੰਬਰ ਨਹੀਂ ਮਿਲੇ। ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜੀ ਸੀਟਾਂ ਵਧਾਉਣ ਦਾ ਜ਼ਿਕਰ ਚੱਲ ਰਿਹਾ ਜੀ, ਉਸ ਨੂੰ ਲੈ ਕੇ ਵਿਰੋਧੀ ਬੜੇ ਹਮਲਾਵਰ ਨੇ? ਦੇਖੋ ਜੇ ਸੀਟਾਂ ਵਧਾਉਣਗੇ, ਪੋਪੂਲੇਸ਼ਨ ਵਧਿਆ ਹੈ, ਹਰ ਸਾਲ ਜਦ ਸੈਂਸਸ ਹੁੰਦਾ ਹੈ ਸੀਟਾਂ ਵੱਧਦੀਆਂ ਨੇ, ਸੋ ਸੀਟਾਂ ਨੇ ਤਾਂ ਵਧਣਾ ਹੀ ਵਧਣਾ ਹੈ। ਔਰ ਜੇ 33% ਲੇਡੀਜ਼ ਆ ਜਾਣ ਤਾਂ ਮੇਰੇ ਖਿਆਲ 'ਚ ਬਹੁਤ ਵਧੀਆ ਗੱਲ ਹੋਊਗੀ ਕਿ ਜਿਹੜੀ ਲੇਡੀ ਆਪਣੇ
ਡਾਕਟਰ ਵੀ ਬਣ ਸਕਦੀ ਹੈ, ਟੀਚਰ ਵੀ ਬਣ ਸਕਦੀ ਹੈ, ਕੰਪਨੀ ਚਲਾ ਸਕਦੀ ਹੈ, ਲਾਇਰ ਬਣ ਸਕਦੀ ਹੈ, ਉਹ ਮੈਂਬਰ ਪਾਰਲੀਮੈਂਟ ਕਿਉਂ ਨਹੀਂ ਬਣ ਸਕਦੀ? ਕੰਪੀਟੀਸ਼ਨ ਦੇ ਵਿੱਚ ਜੇ ਲੇਡੀਜ਼ ਨੂੰ ਪਹਿਲੇ ਇਸਟੈਬਲਿਸ਼ ਕਰ ਲੈਣ ਔਰ ਉਹ ਜਿਹੜੀ ਹਾਈਐਸਟ ਲਾਅ ਮੇਕਿੰਗ ਬੋਡੀ ਹੈ, ਕਾਨੂੰਨ ਬਣਾਉਣ ਦੀ ਸੰਸਥਾ ਹੈ, ਉਹਦੇ ਵਿੱਚ ਹਿੱਸਾ ਪਏ ਤਾਂ ਮੇਰੇ ਖਿਆਲ 'ਚ ਬਹੁਤ ਵਧੀਆ ਗੱਲ ਹੋਏਗੀ ਔਰ ਵਧੀਆ ਕਾਨੂੰਨ ਬਣਨਗੇ। ਨਾਰੀ ਸ਼ਕਤੀ ਵੰਦਨ ਸਲੋਗਨ ਦਿੱਤਾ ਗਿਆ, ਕੀ ਵੰਦਨ ਮਤਲਬ ਕੀ ਹੈ? ਨਾਰੀ ਸ਼ਕਤੀ ਵੰਦਨ ਮੀਨਿੰਗ ਕਿ ਨਾਰੀ ਸ਼ਕਤੀ ਨੂੰ ਸ਼ਕਤੀ ਮਿਲੇ ਔਰ ਉਹਨਾਂ ਦੀ ਪਛਾਣ ਹੋਏ, ਆਨਰ ਹੋਏ, ਇਹ ਇਸ ਲਈ ਇਹ ਦਿੱਤਾ ਗਿਆ। ਪਿਛਲੇ ਦਿਨੀ ਵਰਿੰਦਾਵਨ ਧਾਰਮਿਕ ਯਾਤਰਾ ਤੇ ਗਏ ਪਰਿਵਾਰਾਂ ਨਾਲ ਕਿਸ਼ਤੀ ਪਲਟਣ ਨਾਲ ਹਾਦਸਾ ਵਾਪਰਿਆ ਸੀ, ਜਿਸ ਵਿੱਚ ਜਗਰਾਓਂ ਅਤੇ ਲੁਧਿਆਣਾ ਦੇ ਕਈ ਪਰਿਵਾਰਾਂ ਤੇ ਮੈਂਬਰਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਅੱਜ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਟੁਗਰੀ ਫੇਸ 2 ਵਿੱਚ ਪਹੁੰਚੇ, ਜਿੱਥੇ ਉਹਨਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਹਾਦਸੇ ਵਿੱਚ ਜਿਹੜੇ ਲੋਕਾਂ ਦੀ ਜਾਨ ਬਚੀ ਹੈ, ਨਾਲ ਵੀ ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇੱਕ ਬੜੀ ਦੁਖਦਾਇਕ ਘਟਨਾ ਸੀ। ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਨਾਲ 2 ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ, ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ, ਉਸੇ ਤਰ੍ਹਾਂ ਬੋਟਿੰਗ ਲਈ ਲਾਈਫ ਜੈਕਟ ਪਾਉਣਾ ਲਾਜ਼ਮੀ ਕੀਤਾ ਜਾਵੇ। ਇੱਕ ਬੋਟ ਹਾਦਸੇ ਦਾ ਹੋਇਆ ਜਿਹਦੇ ਕਰਕੇ ਬਹੁਤ ਪਰਿਵਾਰਾਂ ਦੀ ਜਾਨਾਂ ਗਈਆਂ। ਅੱਜ ਮੈਂ ਉਹਨਾਂ ਨਾਲ ਦੁੱਖ ਸਾਂਝੇ ਕਰਨ ਵਾਸਤੇ ਆਇਆ, ਕਿਉਂਕਿ ਉਸ ਟਾਈਮ ਮੈਂ ਪੰਜਾਬ 'ਚ ਨਹੀਂ ਸੀ ਤੇ ਮੈਂ ਬਾਹਰ ਵੀ ਜੇ ਸੀ, ਉੱਥੇ ਮੈਂ ਵੀਡੀਓ ਵੀ ਦੇਖੀ ਕਿਵੇਂ ਧਾਰਮਿਕ ਯਾਤਰਾ 'ਚ ਸਾਰੇ ਪਰਿਵਾਰ ਇਕੱਠੇ ਹੋ ਕੇ ਗਏ ਤੇ ਕਈ ਪਰਿਵਾਰਾਂ ਦੇ ਵਿੱਚ ਸਾਰੇ ਜੀ ਚਲੇ ਗਏ, ਕਈਆਂ ਦੇ ਬੱਚੇ ਡੁੱਬ ਗਏ। ਬੜੀ ਦੁੱਖ ਦੀ ਘੜੀ ਹੈ। ਸਾਰੇ ਪੰਜਾਬ ਨੇ, ਦੇਸ਼ ਨੇ ਬੜਾ ਦੁੱਖ ਮਨਾਇਆ। ਮੈਂ ਅੱਜ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਤੇ ਅਸ਼ੋਰ ਕੀਤਾ ਕਿ ਜੋ ਕੁਝ ਵੀ ਅਸੀਂ ਕੋਈ ਯੋਗਦਾਨ ਪਾ ਸਕੀਏ। ਜਿਹੜੀ ਮੈਂ ਇੱਕ ਬੇਨਤੀ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ, ਮੈਂ ਇੱਕ ਬੇਨਤੀ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਆ ਜਿਹੜਾ ਜਿਵੇਂ ਮੋਟਰਸਾਈਕਲ ਤੇ ਸਕੂਟਰ ਵਿੱਚ ਹੈਲਮਟ ਪਾਉਣੀ ਜ਼ਰੂਰੀ ਹੈ, ਉਵੇਂ ਹੀ ਜਿੰਨੀਆਂ ਨਦੀਆਂ ਉਹਦੇ ਵਿੱਚ ਕੋਈ ਵੀ ਬੋਟ 'ਚ ਬੈਠੇ ਕੰਪਲਸਰੀ ਹੋਣਾ ਚਾਹੀਦਾ ਲਾਈਫ ਜੈਕਟ ਪਾਉਣੀ, ਕਿਉਂਕਿ ਲਾਈਫ ਜੈਕਟ ਤੇ ਜਿੰਨੀਆਂ ਬੋਟਸ ਹੈ ਉਹ ਸਾਰਿਆਂ ਦਾ ਨੂੰ ਲਾਇਸੈਂਸ ਹੋਣਾ ਚਾਹੀਦਾ, ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਉਹਦੀ ਕੈਪੈਸਿਟੀ ਬੋਟ ਦੀ ਲਿਖੀ ਹੋਣੀ ਚਾਹੀਦੀ ਕਿ ਇਹ ਤੋਂ ਵੱਧ ਲੈ ਨਹੀਂ ਸਕਦਾ। ਜੇ ਬਾਈ ਚਾਂਸ ਓਵਰ ਕੈਪੈਸਿਟੀ ਕਰਕੇ ਹੀ ਨੁਕਸਾਨ ਜ਼ਿਆਦਾ ਹੋ ਗਿਆ ਤੇ ਕਿਸੇ ਪਰਿਵਾਰ ਨੂੰ ਕੋਈ ਲਾਈਫ ਜੈਕਟ ਦਿੱਤੀ ਨਹੀਂ ਗਈ ਸੀ, ਜਿਹੜੀ ਇੱਕ ਬਹੁਤ ਵੱਡੀ ਅਣਗਹਿਲੀ ਹੈ। ਤੇ ਮੈਨੂੰ ਲੱਗਦਾ ਸਾਰੀਆਂ ਪੰਜਾਬ ਦੇਸ਼ ਦੀ ਸਰਕਾਰਾਂ ਨੂੰ, ਸੂਬੇ ਦੀ ਸਰਕਾਰਾਂ ਨੂੰ ਇਸ ਹਾਦਸੇ ਤੋਂ ਆਹ ਸਬਕ ਲੈਣਾ ਚਾਹੀਦਾ ਹੈ। ਇੱਕ ਕੈਪੈਸਿਟੀ ਬੋਰਡ ਦੀ, ਇੱਕ ਉਹਦੀ ਟੈਕਨੀਕਲ ਜਿਹੜੀ ਪੋਜੀਸ਼ਨ ਬੋਰਡ ਦੀ ਹੈ, ਸਭ ਤੋਂ ਵੱਧ ਲਾਈਫ ਜੈਕਟ ਜ਼ਰੂਰ ਹੋਣੀ ਚਾਹੀਦੀ ਹੈ। ਵਾਰਿਸ ਪੰਜਾਬ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੀ ਕੌਮੀ ਸੁਰੱਖਿਆ ਐਕਟ ਅਧੀਨ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਮੁੱਖ ਜੱਜ ਸ਼ੀਲ ਨਾਗੂ ਦੀ ਅਗਵਾਈ ਹੇਠ ਬੈਂਚ ਨੇ ਖੁੱਲ੍ਹੀ ਅਦਾਲਤ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਅੰਮ੍ਰਿਤਪਾਲ ਵਿਰੁੱਧ ਜਾਰੀ ਕੀਤੇ ਹਿਰਾਸਤੀ ਹੁਕਮ ਸਪਸ਼ਟ ਅਤੇ ਕਾਨੂੰਨੀ ਤੌਰ ਤੇ ਦਰੁਸਤ ਹਨ ਅਤੇ ਇਹ ਨਿਆਇਕ ਸਮੀਖਿਆ ਦੇ ਦਾਇਰੇ ਵਿੱਚ ਨਹੀਂ ਆਉਂਦੇ। ਉਸ ਦੇ ਵਕੀਲ ਨੇ ਕਿਹਾ ਕਿ ਉਹ ਇੱਕ ਸਮਾਜਿਕ ਸੁਧਾਰਕ ਵਜੋਂ ਨਸ਼ਾ ਵਿਰੋਧੀ ਮੁਹਿੰਮਾਂ ਚਲਾ ਰਿਹਾ ਸੀ ਅਤੇ ਉਸ ਦੇ ਭਾਸ਼ਣ ਸਿੱਖ ਮੁੱਲਾਂ ਉੱਤੇ ਆਧਾਰਿਤ ਸਨ, ਨਾ ਕਿ ਕਿਸੇ ਹਿੰਸਕ ਜਾਂ ਵੱਖਵਾਦੀ ਵਿਚਾਰਧਾਰਾ ਉੱਤੇ। ਦਰਅਸਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ ਇਸ ਮਹੀਨੇ ਖਤਮ ਹੋਣ ਵਾਲਾ ਹੈ। ਪੰਜਾਬ ਸਰਕਾਰ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕਰ ਚੁੱਕੀ ਹੈ। ਸਰਕਾਰ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ NSA ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾਵੇ। ਉੱਥੇ ਇਸ ਮਾਮਲੇ ਤੇ ਸਿਆਸਤ ਇੱਕ ਵਾਰ ਪੱਕ ਗਈ ਹੈ। ਸਰਕਾਰ ਚਾਹੁੰਦੀ ਹੈ ਕਿ ਉਹ NSA ਦੀ ਮਿਆਦ ਪੁੱਗਣ ਦੇ ਬਾਵਜੂਦ ਸੁਰੱਖਿਆ ਕਾਰਨਾਂ ਕਰਕੇ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਰਹੇ। ਉੱਥੇ ਹੀ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ ਹੈ। ਨਵਜੋਤ ਕੌਰ ਸਿੱਧੂ ਨੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਚੁਣੌਤੀ ਦਿੰਦਿਆਂ ਹੋਇਆ ਗੰਭੀਰ ਸਵਾਲ ਖੜੇ ਕੀਤੇ ਹਨ। ਉਹਨਾਂ ਦੋਸ਼ ਲਗਾਉਂਦੇ ਹੋਏ ਪੁੱਛਿਆ ਕਿ ਮੁੱਖ ਮੰਤਰੀ ਕਿਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ ਅਤੇ ਕੀ ਉਹ ਉਹਨਾਂ ਸਿੱਖਾਂ ਨੂੰ ਨਫ਼ਰਤ ਕਰਦੇ ਨੇ ਜੋ ਸਿਸਟਮ ਦੇ ਵਿਰੁੱਧ ਲੜਦੇ ਨੇ। ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਸਮੇਤ ਹੋਰ ਫਸਲਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ।
ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਨਿਯਮਾਂ ਦੀ ਕੜਾਈ ਦੇ ਵਿਰੋਧ ਵਿੱਚ 17 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਾਂਝਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਲਿਆ ਗਿਆ ਹੈ, ਜਿਸ ਨੂੰ ਆਜ਼ਾਦ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਅਤੇ ਖਰੀਦ ਨਿਯਮਾਂ ਵਿੱਚ ਢਿੱਲ ਨਾ ਦਿੱਤੀ ਗਈ ਤਾਂ 17 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਨ ਸਿੰਘ ਬਾਉਪੁਰ ਅਤੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੇ ਵੀ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਪੂਰੇ ਜ਼ਿਲ੍ਹੇ ਦੇ ਵਿੱਚੋਂ ਕੱਲ ਦੇ ਲਗਾਤਾਰ ਫੋਨ ਆਉਂਦੇ ਸੀਗੇ ਪਰਚੇਜ ਨਹੀਂ ਆ ਰਹੀ ਤੇ ਅਸੀਂ ਲਗਾਤਾਰ ਬੇਗੋਵਾਲ, ਭਲਾਥ, ਬਰਾਹੀਵਾਲ ਮੰਡੀ, ਕਪੂਰਥਲਾ, ਫਗਵਾੜਾ, ਸੁਲਤਾਨਪੁਰ, ਡੱਲਾ, ਯਾਨੀ ਕਿ ਟੋਟਲ ਸਾਰੀਆਂ ਮੰਡੀਆਂ, ਤਲਵੰਡੀ ਚੌਧਰੀਆਂ ਸਾਰੀਆਂ ਮੰਡੀਆਂ ਤੋਂ ਜਾਇਜ਼ਾ ਲਿਆ ਕਿ ਕਿਤੇ ਨਾ ਕਿਤੇ ਆਨਾਕਾਨੀ ਹੋ ਰਹੀ ਕਿ ਬੇਮੌਸਮੀ ਬਰਸਾਤ ਦੇ ਨਾਲ ਅੱਗੇ ਕਿਸਾਨਾਂ ਦੀ ਬਹੁਤ ਮੰਦੀ ਹਾਲਤ ਆ ਤੇ ਜੋ ਸਰਕਾਰ ਆ ਲਗਾਤਾਰ ਆਸਾ ਪਾਸਾ ਵੱਟ ਰਹੀ ਆ। ਉਹਦੇ ਵਿੱਚ ਅਸੀਂ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਪੁੱਜੇ ਆ ਤੇ ਜੋ ਸੈਕਟਰੀ ਸਾਹਿਬ ਨੇ ਜੋ ਸਾਨੂੰ ਅੱਜ ਭਰੋਸਾ ਦਿੱਤਾ, ਕਿਉਂਕਿ ਅਸੀਂ ਤਿਆਰੀ ਕਰਕੇ ਆਏ ਹਾਂ ਕਿ ਰੋਡ ਜਾਮ ਕਰਕੇ ਤੇ ਜਿੰਨਾ ਚਿਰ ਪਰਚੇਜ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਕਦੀ ਵੀ ਇਹਨਾਂ ਨੂੰ ਛੱਡਾਂਗੇ ਨਹੀਂ। ਪਰ ਜੋ ਸੈਕਟਰੀ ਸਾਹਿਬ ਇੱਥੋਂ ਦੇ ਆ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਸਾਰੇ ਜਿਹੜਾ ਏਰੀਆ ਉਹਨਾਂ ਕੋਲ ਭਲਾਸ ਤੱਕ ਸਾਰੇ ਏਰੀਆਵਾਂ ਨਾਲ ਭਰੋਸਾ ਦਿੱਤਾ ਕਿ ਅਸੀਂ ਸ਼ਾਮ ਤੱਕ ਤੇ ਕੱਲ ਤੱਕ ਪੂਰੇ ਜ਼ੋਰ ਸ਼ੋਰ ਦੇ ਨਾਲ ਪਰਚੇਜ ਤੇ ਕਿਸਾਨਾਂ ਦੇ ਖਾਤਿਆਂ 'ਚ ਆਪੇ ਪੈਸੇ ਆ ਜਾਣਗੇ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਫਿਰ ਵੀ ਨਹੀਂ ਕਰਦੇ, ਅਸੀਂ ਇੱਕ ਵਾਰ ਇਹਨਾਂ ਨੂੰ ਭਰੋਸਾ ਦੇਤਾ ਤੇ ਜੇ ਨਹੀਂ ਇਹ ਭਰੋਸੇ ਦੇ ਪੂਰਾ ਲੈਂਦੇ ਤੇ ਫਿਰ ਭਾਈ ਰੋਡ ਵੀ ਜਾਮ ਹੋਣਗੇ ਤੇ ਰੇਲਾਂ ਦਾ ਵੀ ਐਲਾਨ ਆ ਗਿਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ, ਉਹ ਵੀ ਵੱਡੀ ਪੱਧਰ ਤੇ ਜਾਮ ਕੀਤੀਆਂ ਜਾਣੀਆਂ। ਕਿਸਾਨਾਂ ਨੇ ਪੁੱਤਾਂ ਤੋਂ ਵੱਧ ਪਾਲੀ ਫਸਲ ਜਿਹੜੀ ਆ ਉਹਨਾਂ ਦੀ ਮੰਡੀਆਂ ਹੀ ਰੁਲ ਰਹੀ ਆ। ਕਦੀ ਵੀ ਮੰਡੀਆਂ 'ਚ ਕਿਸਾਨਾਂ ਦੀ ਫਸਲ ਨਹੀਂ ਰੁਲਣ ਦਿਆਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਸਾ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾ ਦੇ ਰਾਜ ਸਿੰਘ ਨੇ 112 ਤੇ ਫੋਨ ਕਰਕੇ ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਆਪਣੇ ਮੁੰਡੇ ਨੂੰ ਅਗਵਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਵਿੱਚ ਭਾਰੀ ਮੁਸ਼ੱਕਤ ਉਪਰੰਤ ਅਗਵਾ ਹੋਣ ਦੀ ਕਹਾਣੀ ਤੋਂ ਪਰਦਾ ਚੁੱਕਦਿਆਂ ਹੀ ਰਾਜ ਸਿੰਘ ਦੇ ਲੜਕੇ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਝੂਠੀ ਅਗਵਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਭਾਗੇਟ ਸਿੰਘ ਮੀਨਾ ਨੇ ਦੱਸਿਆ ਕਿ ਪੁਲਿਸ ਨੂੰ ਰਾਜ ਸਿੰਘ ਵਾਸੀ ਖਿਆਲਾ ਕਲਾ ਵੱਲੋਂ 112 ਤੇ ਫੋਨ ਕੀਤਾ ਗਿਆ ਸੀ ਕਿ ਉਸਦੇ ਲੜਕੇ ਸੰਦੀਪ ਸਿੰਘ ਨੂੰ ਆਰਟੀਓ ਦਫ਼ਤਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ, ਜਿਸ ਦੇ ਕੋਲ 2.5 ਲੱਖ ਰੁਪਏ ਤੇ ਇੱਕ ਮੋਟਰਸਾਈਕਲ ਸੀ। ਪੁਲਿਸ ਵੱਲੋਂ ਤੁਰੰਤ ਸੀਆਈਏ ਮਾਨਸਾ ਐਸਪੀਡੀ ਮਨਮੋਹਨ ਸਿੰਘ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਵਿੱਚ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਹੈ। ਉਹਨਾਂ ਦੱਸਿਆ ਕਿ ਸੰਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਤੋਂ ਉਸਦੀ ਭੈਣ ਨੇ 5 ਲੱਖ ਰੁਪਏ ਉਸਦੇ ਖਾਤੇ ਵਿੱਚ ਪਾਏ ਸੀ, ਜੋ ਉਸਨੇ ਆਪਣੇ ਦੋਸਤ ਕੇਸਰ ਸਿੰਘ ਨਾਲ ਬੈਂਕ ਵਿੱਚੋਂ ਕਢਵਾਏ ਅਤੇ ਦੋਸਤ ਕੇਸਰ ਸਿੰਘ ਦੇ ਕਹਿਣ ਅਨੁਸਾਰ ਇੱਕ ਵਿਅਕਤੀ ਵੱਲੋਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੱਤਾ ਗਿਆ, ਜੋ ਬਠਿੰਡਾ ਦਾ ਰਹਿਣ ਵਾਲਾ ਸੀ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਵਿੱਚ ਸੰਦੀਪ ਸਿੰਘ ਵਾਸੀ ਮਲਕਪੁਰ, ਕੇਸਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਵਾਸੀ ਖਿਆਲਾ ਕਲਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਭਾਗੇਟ ਸਿੰਘ ਮੀਨਾ ਨੇ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਨੂੰ ਗਲਤ ਜਾਣਕਾਰੀ ਦੇਵੇਗਾ ਤਾਂ ਉਸ ਨੂੰ ਜੇਲ੍ਹ ਵੀ ਜਾਣਾ ਪਵੇਗਾ। ਆਪਣੇ ਆਪ ਨੂੰ ਅਗਵਾ ਹੋਣ ਦੀ ਕਹਾਣੀ ਬਣਾਉਣ ਵਾਲੇ ਨੌਜਵਾਨ ਸੰਦੀਪ ਨੇ ਆਪਣੀ ਗਲਤੀ ਕਬੂਲਦਿਆਂ ਕਿਹਾ ਕਿ ਉਹ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਪੈਸੇ ਦੁੱਗਣੇ ਕਰਨ ਦੇ ਝਾਂਸੇ ਵਿੱਚ ਆ ਗਿਆ ਸੀ, ਜਿਸ ਕਾਰਨ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ। ਕੱਲ 15 ਤਾਰੀਖ ਨੂੰ ਸ਼ਾਮ ਨੂੰ ਸਾਨੂੰ 112 पे एक कॉल रिसीव हुई थी। कॉलर राज सिंह ने दसिया कि जो उसका मुंडा हैगा संदीप सिंह, उसका किसी ने अननोन बंदिਆਂ ने किडनैप कर लिया हैगा। ਉਹਦੇ ਕੋਲੋਂ 2.5 ਲੱਖ ਰੁਪਏ और एक जो मोटरसाइकिल ਸੀ ਉਹ ਵੀ ਸਨੈਚ ਕਰ ਲਈ। तो ਜਦੋਂ ਸਾਨੂੰ 112 पे कॉल रिसीव हुई तो ਸਾਡੀ ਵੱਖ-ਵੱਖ ਟੀਮ ਤੁਰੰਤ ਅਸੀਂ ਐਕਟੀਵੇਟ ਕੀਤੀ। ਸਾਡੇ एसएचओ सदर मानसा इंचार्ज चौकी ठुटियावाली ਤੇ इंचार्ज सीआईए उनकी टीमों ने तुरंत एक्ट अपॉन करते हुए इस केस ਨੂੰ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਟ੍ਰੇਸ ਕਰਨ ਦੇ ਵਿੱਚ ਸਫਲ ਹੋਏ ਹੈਗੇ ਔਰ ਇਹਦੇ ਵਿੱਚ ਹੁਣ ਤੱਕ ਅਸੀਂ 3 ਦੋਸ਼ੀਆਂ ਨੂੰ ਅਸੀਂ ਫੜਨ ਦੇ ਵਿੱਚ ਸਫਲ ਹੋਏ ਹੈਗੇ। ਪਹਿਲਾ ਹੈਗਾ ਕੇਸਰ ਸਿੰਘ ਜੋ ਕਿ ਮਲਕਪੁਰ ਖਿਆਲਾ ਪਿੰਡ ਤੋਂ ਬਿਲੋਂਗ ਕਰਦਾ ਹੈਗਾ ਔਰ ਦੂਸਰਾ ਹੈਗਾ ਸੁਖਚੈਨ ਸਿੰਘ। ਜਦੋਂ ਅਸੀਂ ਇਸ ਮੈਟਰ ਨੂੰ ਪੂਰਾ डिटेल ਅਸੀਂ वेरीफाई ਕੀਤਾ तो जो माजरा कुछ और ही निकल के सामने आया हैगा कि जो राज सिंह हैगा जो जिसने कॉल की थी उसका मुंडा जो संदीप सिंह हैगा उसने 5 लाख रुपए बैंक से निकलवाए थी। उसकी सिस्टर ने कनाडा तो वो पैसे भेजे थी तो वो अपनी पर्सनल ज़रूरतें पूरा करने में और अपने ये तीनों ड्रग एडिक्ट भी हैगे तो उस चीज़ के वास्ते भी और एक इनका जेल दे विच
ਸਾਥੀ ਸੀ ਗੋਲਡੀ ਨਾਮ ਇਹ ਦੱਸ ਰਹੇ ਹੈਗੇ, ਉਸਨੇ ਇਨ ਪੈਸਿਆਂ ਨੂੰ ਦੁੱਗਣਾ ਕਰਨ ਵਾਸਤੇ ਇਹਨਾਂ ਨੂੰ षड्यंत्र ਰਚਿਆ ਸੀ। तो 2.5 लाख रुपए ਇਹ ਕਹਿੰਦੇ ਕਿ ਜੋ ਗੋਲਡੀ ਨਾਮ ਦਾ ਬੰਦਾ ਹੈਗਾ ਉਹ ਸਾਡੇ ਕੋਲੋਂ ਲੈ ਗਿਆ ਹੈਗਾ, ਬਾਕੀ 2.5 लाख रुपए ਬਚੇ ਸੀ। तो ਇਹ ਇਹਨੂੰ छुपाने वास्ते अपनी पर्सनल जरूरत पूर्ण करने वास्ते घर वालों को बेवकूफ़ बनाया इन्होंने, और ये इतलाह दी पुलिस को भी पूरा गलत इतलाह दी। इसलिए असी जो संदीप सिंह हैगा उसनों भी एज ए दोषी इस केस के विच नॉमिनेट किया हैगा कि जो पुलिस को गलत इतलाह दे के और गुमराह करते हैगे। तो मैं लोगों को ये आगाह करता हूँ कि सच्ची इन्फॉर्मेशन दो, पुलिस हमेशा एक्ट अपॉन करती है। कोई गलत इन्फॉर्मेशन दे के तो उसके खिलाफ भी सेम ऑफेंस के विच असी FIR रजिस्टर करके उसनों दोषी नामजद किया हैगा। तो इहदे विचों हुण तक असी 2,30,000 रुपए असी रिकवर कर चुके हैगे। बाकी ये कहते हैं कि असी खर्च करते और कुछ जो पैसे हैगे जो गोल्डी नाम ये दस रहे हैगे वो अभी असी वेरीफाई कर रहे हैं, इन्वेस्टिगेशन का पार्ट हैगा कि और किहड़े-किहड़े बंदे इहदे विच शामिल सी। विधायक ब्रह्म शंकर जिंपा ते विधायक डॉक्टर इशाक कुमार ਚੱਬੇਵਾਲ ਦੇ ਸਥਾਨਕ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਤੇ ਮੰਡੀਆਂ ਵਿੱਚ ਫਸਲ ਦੀ ਵਿਕਰੀ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਤੇ ਵਿਧਾਇਕ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਨੇ ਪਿੰਡ ਰਾਡਾ ਦੇ ਕਿਸਾਨ ਬਲਵਿੰਦਰ ਸਿੰਘ ਦੀ ਢੇਰੀ ਦੀ ਖਰੀਦ ਕਰਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਰਾਜ ਸਰਕਾਰ ਨੇ ਕਈ ਅਹਿਮ ਕਿਸਾਨ ਪੱਖੀ ਫੈਸਲਿਆਂ ਤੇ ਮੋਹਰ ਲਾਈ ਹੈ, ਜਿਸ ਨਾਲ ਸੂਬੇ ਭਰ ਵਿੱਚ ਕਿਸਾਨਾਂ ਨੂੰ ਬੇਹੱਦ ਲਾਭ ਮਿਲ ਰਿਹਾ ਹੈ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦੀ ਖਰੀਦ ਬਦਲੇ ਨਿਰਧਾਰਿਤ ਸਮੇਂ ਦੇ ਵਿੱਚ ਅਦਾਇਗੀਆਂ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਤਾਕੀਦ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਪੁਖਤਾ ਪ੍ਰਬੰਧਾਂ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲ ਦੀ ਸਮੇਂ ਸਿਰ ਖਰੀਦ ਦੇ ਨਾਲ ਲਿਫਟਿੰਗ ਵੀ ਨਾਲੋਂ ਨਾਲ ਹੋ ਸਕੇ। ਸਾਡੇ ਕਿਸਾਨ ਵੀਰ ਉਸ ਧਰਤੀ ਤੋਂ ਸੋਨਾ ਉਗਾਉਂਦੇ ਆ। सोना तो खाया नहीं जा सकता कि अन्न तो बिना दुनिया किते गुजारा नहीं, लेकिन साडे पंजाब के किसान इन्ने मेहनती है भी वो इस अज तक पूरे देश का समझ लो भी सब तो ज़्यादा पूल दे विच अगर कितों कणक जाती है, झोना जाता है, तो साडा पंजाब जिहड़ा एक ऐसी धरती है सब तो ज़्यादा योगदान करता। और मैं कह सकदा कि पंजाब सरकार जिहड़ी है वो बिल्कुल इत्ते हर वेले जो सरकार 2022 आई सी पहली सरकार मैं तो देखी नहीं, तो अगे तो किसानों का रौला पैंदा देखिया जी पैसे नहीं पाए, बारदाना है नहीं, आ फलाना है नहीं, वो है नहीं, यही देखिया घट। लेकिन ये सरकार क्योंकि प्रो फार्मर सरकार सी और किसान हितैषी सरकार जिहड़ी है इन्होंने कोई भी दिक्कत अपने किसान वीरां नूं अज तक आण दित्ती। और अज जिहड़ी असीं खरीदारी चालू की है कणक की खास तौर पर, और साढ़े ना सारे ऑफिसर साहबान इन्हां दी जिम्मेवारी है कि किसी भी फार्मर नूं मंडी दे विच किसी किस्म की दिक्कत नहीं आनी चाहिए। सो मैं धन्नवाद करदा मानयोग मुख्यमंत्री भगवंत मान जी का भी खास तौर पर किसानों का जिहड़ा उन्हां दा फटाफट तुरंत जिहड़ी हैगी है पेमेंट भी पैनी चाहिए खाते दे विच, सारियां चीज़ां बिल्कुल। साडे कोल अज तक कोई इदां दा परिवार नहीं आया जिन्हें कहा सानूं कोई दिक्कत आ मंडियां दे विच। सो मैं धन्नवाद करदा बहुत बहुत। मेरा नाम नौजवान सब तो नौजवान MLA शांक जी ਚੱਬੇਵਾਲ तो, मैं हुशियारपुर तो साडे चेयरमैन साहब, और ये भी क्योंकि देखते हैं इत्थे चेयरमैन एज ए मंडी काम सारा और सारिया जिम्मेवारियां काफ़ी इन्हां दे उत्ते आ जांदियां और जिम्मेवारियां निभा भी रहे हैं, अगे तो ख्याल भी रखना चाहिए। बेमौसमी बरसात कणक डिग बहुत गई, बेमौसमी बरसात का जिहड़ा है असी बिल्कुल सरकार जिहड़ी है ते जागरूक है। अगर जिथे जिथे जिस एरिया च कोई गड़ेमारी हुई है ਉਹਦੇ ਵਿੱਚ ਅਸੀਂ तुरंत ਜਿਹੜਾ ਹੈਗਾ ਮੁੱਖ ਮੰਤਰੀ ਜੀ ਉਹਦੇ ਤੇ ਇੱਕ ਸਪੈਸ਼ਲ ਜਿੱਦਾਂ ਡਿਜ਼ਾਸਟਰ ਮੈਨੇਜਮੈਂਟ ਦੇ ਵੱਲੋਂ ਉਹ ਦੇਖਿਆ ਜਾਏਗਾ। ਅਸੀਂ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ, ਕਿਸੇ ਵੀ ਗਰੀਬ ਪਰਿਵਾਰ ਦਾ, ਕਿਸੇ ਫਾਰਮਰ ਪਰਿਵਾਰ ਦਾ, ਠੀਕ ਹੈ ਨਾ ਜੀ। ਮੈਂ ਇਹ ਮਹਿਕਮਾ ਮੇਰੇ ਕੋਲ ਤਕਰੀਬਨ 2.5 ਸਾਲ ਤੱਕ ਰਿਹਾ, ਸਾਡੀ ਮੈਂ ਦੇਖਦਾ ਰਿਹਾ ਇਸ ਮਹਿਕਮੇ ਨੂੰ ਰੈਵਨਿਊ ਦੇ ਵਿੱਚ। ਅਸੀਂ ਤੁਰੰਤ ਜਿਹੜਾ ਹੈ ਇਲਾਕਿਆਂ 'ਚ ਜਾ ਕੇ ਆਪਣੇ ਹੱਥੀਂ ਜਾ ਕੇ ਮੁੱਖ ਮੰਤਰੀ ਦੇ ਦੇਸ਼ 'ਤੇ ਜਾ ਕੇ ਉੱਥੇ ਅਸੀਂ ਪੇਮੈਂਟ ਕਰਕੇ ਆਉਂਦੇ ਹਾਂ। ਬਹੁਤ ਬਹੁਤ ਧੰਨਵਾਦ। जी मैं बहुत धन्नवाद करदा साडे मानयोग मुख मंत्री पंजाब सरदार भगवंत सिंह मान जी, जो कि आम आदमी पार्टी की सरकार के अगवाई हेठ पहली बारी देखिया होना है कि साडा जो अन्नदाता है, साडा किसान है, साडा जिमीदार है, साडे आड़तीए साहबान ने
ਕਿ ਉਹਨਾਂ ਨੂੰ ਇੰਨੀ ਸੌਖ ਹੈ। ਨਹੀਂ ਤਾਂ ਪਹਿਲਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਉਹ ਕਦੇ ਕਿਸੇ ਦੀ ਨਾ ਸੁਣਦੇ ਸੀ ਜਾਂ ਸੁਣ ਕੇ ਅਨਸੁਣਾ ਕਰ ਦਿੰਦੇ ਸੀਗੇ। ਇਹ ਪਹਿਲੀ ਇਸ ਤਰ੍ਹਾਂ ਦੀ ਸਰਕਾਰ ਹੈ ਜਿਹੜੀ ਆਪਣੇ ਸਾਡੇ ਕਿਸਾਨ ਭਰਾਵਾਂ ਲਈ ਇੰਨੀ ਵਚਨਬੱਧ ਹੈ, ਇੰਨੀ ਹਰ ਸਹੂਲਤ ਉਹਨਾਂ ਨੂੰ ਦੇਣ ਨੂੰ ਤਿਆਰ ਹੈ। ਜੇ ਅਸੀਂ ਗੱਲ ਕਰੀਏ ਬਿਜਲੀ ਦੀ, ਉਹਨਾਂ ਨੂੰ ਪਹਿਲਾਂ ਕਦੇ ਦਿਨੇ ਬਿਜਲੀ ਨਹੀਂ ਮਿਲਦੀ ਸੀ, ਕਿਸਾਨ ਭਰਾਵਾਂ ਨੂੰ ਬਿਜਲੀ ਵੀ ਮਿਲਦੀ ਹੈ। ਜੇ ਅਸੀਂ ਪਾਣੀ ਦੀ ਗੱਲ ਕਰੀਏ, ਕਿਸਾਨ ਦੇ ਉਹਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚਦਾ ਸੀ, ਹੁਣ ਟੇਲ ਐਂਡਾਂ ਤੱਕ ਪਾਣੀ ਵੀ ਪਹੁੰਚਦਾ ਹੈ। ਤੇ ਅਸੀਂ ਅੱਜ ਜੋ ਮੰਡੀ ਵਿਖੇ ਮੌਜੂਦ ਖੇਮਕਰਨ ਨਜ਼ਦੀਕ ਪੈਂਦੇ ਸਰਹੱਦੀ ਪਿੰਡ ਰੱਤੋ ਕੇ ਹਵੇਲੀਆ ਵਿੱਚ ਅੱਜ ਦੁਪਹਿਰ ਅਚਾਨਕ ਅੱਗ ਲੱਗਣ ਨਾਲ ਕਟਾਈ ਲਈ ਤਿਆਰ ਕਿਸਾਨਾਂ ਦੀ ਕਰੀਬ 22 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਨਜ਼ਦੀਕੀ ਪਿੰਡਾਂ ਵਿਚਲੇ ਕਿਸਾਨਾਂ ਵੱਲੋਂ ਜੱਦੋਜਹਿਦ ਕਰਕੇ ਟਰੈਕਟਰਾਂ ਨਾਲ ਜ਼ਮੀਨਾਂ ਨੂੰ ਵਾਹ ਕੇ ਤੇ ਹੋਰ ਤਰੀਕਿਆਂ ਨਾਲ ਅੱਗ ਤੇ ਕਾਬੂ ਪਾਉਣ ਕਰਕੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਇਸ ਦੇ ਬਾਵਜੂਦ ਇਸ ਭਿਆਨਕ ਅੱਗ ਦੀ ਮਾਰ ਹੇਠ ਆ ਕੇ ਪਿੰਡ ਵਾਸੀ ਕਿਸਾਨ ਬਲਵੀਰ ਸਿੰਘ ਭਲਵਾਨ ਦੀ ਕਰੀਬ 5 ਏਕੜ ਸਮੇਤ ਕੁੱਲ 22 ਏਕੜ ਕਣਕ ਸੜ ਗਈ ਹੈ, ਜਿਸ ਕਰਕੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਇਲਾਕਾ ਵਾਸੀਆਂ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਸੂਚਨਾ ਦੇਣ ਦੇ ਬਾਵਜੂਦ ਕੋਈ ਸਰਕਾਰੀ ਅਧਿਕਾਰੀ ਮੌਕੇ ਤੇ ਨਹੀਂ ਆਇਆ। ਇਸੇ ਦੌਰਾਨ ਘਟਨਾ ਦਾ ਪਤਾ ਲੱਗਣ ਤੇ ਤੁਰੰਤ ਮੌਕੇ ਤੇ ਸਾਥੀਆਂ ਸਮੇਤ ਪੁੱਜੇ ਆਪ ਤੇ ਯੂਥ ਵਿੰਗ ਦੇ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਨੇ ਪੀੜਿਤ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।